ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟਾਈਮ ਟੂ ਲਰਨ ਪੰਜਾਬ। ਅੱਜ ਦੀ ਤਾਜ਼ਾ ਅਪਡੇਟ ਲੈ ਕੇ ਆ ਰਹੇ ਹਾਂ ਜੋ ਕਿ ਬਾਬਾ ਫਰੀਦ ਯੂਨੀਵਰਸਿਟੀ ਵਿੱਚ ਜੀ ਹਾਂ ਬਾਬਾ ਫਰੀਦ ਯੂਨੀਵਰਸਿਟੀ ਵਿੱਚ ਵੱਖ-ਵੱਖ ਅਸਾਮੀਆਂ ਲਈ ਬਿਨੇ ਪੱਤਰ ਦੀ ਮੰਗ ਕੀਤੀ ਗਈ ਹੈ। ਉਹ ਅਸਾਮੀਆਂ ਜੋ ਕਿ 8ਵੀਂ ਪਾਸ 10ਵੀਂ ਪਾਸ +2 ਪਾਸ ਔਰ BA ਪਾਸ ਨੌਜਵਾਨ ਮੁੰਡੇ ਕੁੜੀਆਂ ਪੜ੍ਹ ਸਕਦੇ ਹਨ। ਔਰ ਇਸ ਦੀ ਕੀ ਕੁਆਲੀਫਿਕੇਸ਼ਨ ਹੈ, ਕਿੰਨੀਆਂ ਪੋਸਟਾਂ ਹਨ, ਕਿ ਕਾਹਦੀਆਂ ਪੋਸਟਾਂ ਹਨ, ਉਸ ਦੇ ਬਾਰੇ ਦੇਖਾਂਗੇ। ਸਭ ਤੋਂ ਪਹਿਲਾਂ ਆਉਂਦੇ ਹਾਂ। ਸਭ ਤੋਂ ਪਹਿਲਾਂ ਪੋਸਟ ਹੈ ਵਾਰਡ ਅਟੈਂਡੈਂਟ। ਜੀ ਹਾਂ, ਵਾਰਡ ਅਟੈਂਡੈਂਟ ਦੀ ਪੋਸਟ ਹੈ ਜੋ ਕਿ 39 ਪੋਸਟਾਂ ਹਨ, ਜਿਸ ਦੇ ਲਈ ਮਿਡਲ ਪਾਸ ਜੀ ਹਾਂ ਮਿਡਲ ਪਾਸ 8ਵੀਂ ਪਾਸ ਤੁਹਾਡੇ ਕੋਲ ਯੋਗਤਾ ਹੋਣੀ ਚਾਹੀਦੀ ਹੈ ਔਰ ਤੁਸੀਂ ਇਸ ਨੂੰ ਪੜ੍ਹ ਸਕਦੇ ਹੋ। ਉਸ ਤੋਂ ਬਾਅਦ ਆਉਂਦੀ ਹੈ ਪੋਸਟ ਲਾਇਬ੍ਰੇਰੀ ਅਟੈਂਡੈਂਟ। ਲਾਇਬ੍ਰੇਰੀ ਅਟੈਂਡੈਂਟ ਦੇ ਵਿੱਚ ਕਿੰਨੀਆਂ ਪੋਸਟਾਂ ਹਨ ਤੁਸੀਂ ਦੇਖ ਸਕਦੇ ਹੋ। ਇੱਥੇ 3 ਪੋਸਟਾਂ ਹਨ। ਇਹ ਵੀ 8ਵੀਂ ਪਾਸ, ਜੇਕਰ ਤੁਸੀਂ 8ਵੀਂ ਪਾਸ ਹੋ ਤਾਂ ਇਸ ਨੂੰ ਪੜ੍ਹ ਸਕਦੇ ਹੋ। ਉਸ ਤੋਂ ਬਾਅਦ ਸਿਵਰਮੈਨ ਦੇ ਵਿੱਚ 7 ਪੋਸਟਾਂ ਹਨ। ਔਰ ਇਸ ਦੇ ਵਿੱਚ ਕੁਆਲੀਫਿਕੇਸ਼ਨ ਤੁਹਾਨੂੰ, ਜੇਕਰ ਤੁਸੀਂ ਕੋਈ ਪੜ੍ਹਨਾ ਚਾਹੁੰਦਾ ਹੈ ਤੁਹਾਡੀ ਨੌਲੇਜ ਦੇ ਵਿੱਚ ਸਿਵਰਮੈਨ ਦੀ, ਉਸ ਨੂੰ ਪੜ੍ਹਨਾ ਅਤੇ ਲਿਖਣਾ ਆਉਣਾ ਚਾਹੀਦਾ ਹੈ। ਉਸ ਤੋਂ ਇਲਾਵਾ 5ਵੀਂ ਪਾਸ 8ਵੀਂ ਪਾਸ ਕੋਈ ਵੀ ਮੈਟਰ ਨਹੀਂ ਕਰਦੀ, ਬਸ ਪੜ੍ਹਨਾ ਅਤੇ ਲਿਖਣਾ ਆਉਣਾ ਚਾਹੀਦਾ ਹੈ। ਰੇਡੀਓਗ੍ਰਾਫਰ ਦੀ 4 ਨੰਬਰ 'ਤੇ ਤੁਸੀਂ ਦੇਖ ਸਕਦੇ ਹੋ ਰੇਡੀਓਗ੍ਰਾਫਰ ਦੀ ਪੋਸਟ ਹੈ। ਇਹ ਪੋਸਟਾਂ ਹਨ 8 ਔਰ ਇਸ ਦੇ ਲਈ +2 ਪਾਸ ਐਨੀ ਯੂਨੀਵਰਸਿਟੀ ਇੰਸਟੀਟਿਊਟ ਤੋਂ ਵਿਦ ਸਾਇੰਸ ਵਿਸ਼ਾ ਹੋਣਾ ਚਾਹੀਦਾ ਹੈ। +2 ਪਾਸ ਕੀਤੀ ਹੋਣੀ ਚਾਹੀਦੀ ਹੈ ਔਰ BSc ਰੇਡੀਓਗ੍ਰਾਫੀ ਕੀਤੀ ਹੋਣੀ ਚਾਹੀਦੀ ਹੈ, ਉਹ ਵੀ ਇੱਕ ਮਾਨਤਾ ਪ੍ਰਾਪਤ ਇੰਸਟੀਟਿਊਟ ਤੋਂ। ਔਰ 1 ਈਅਰ ਐਕਸਪੀਰੀਅੰਸ, ਜੀ ਹਾਂ 1 ਈਅਰ ਐਕਸਪੀਰੀਅੰਸ ਰੇਡੀਓਗ੍ਰਾਫਰ ਦੀ ਫੀਲਡ ਦਾ 1 ਈਅਰ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। 5 ਨੰਬਰ 'ਤੇ ਆਉਂਦੇ ਹਾਂ ਲੈਬ ਟੈਕਨੀਸ਼ੀਅਨ ਗ੍ਰੇਡ 2। ਲੈਬ ਟੈਕਨੀਸ਼ੀਅਨ, ਮੈਡੀਕਲ ਲੈਬ ਟੈਕਨੀਸ਼ੀਅਨ, ਇਸ ਦੇ ਵਿੱਚ 34 ਅਸਾਮੀਆਂ ਹਨ। ਤੁਹਾਡੇ ਕੋਲ ਕੀ ਯੋਗਤਾ ਹੋਣੀ ਚਾਹੀਦੀ ਹੈ? +2 ਪਾਸ ਹੋਣਾ ਚਾਹੀਦਾ ਹੈ ਔਰ BSc MLT ਫਰੋਮ ਏ ਰਿਕੋਗਨਾਈਜ਼ਡ ਯੂਨੀਵਰਸਿਟੀ। ਜੀ ਹਾਂ, ਤੁਹਾਡੇ ਕੋਲ +2 ਔਰ BSc MLT ਦੀ ਰਿਕੋਗਨਾਈਜ਼ਡ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਕੀਤੀ ਹੋਣੀ ਚਾਹੀਦੀ ਹੈ। ਓਪਰੇਸ਼ਨ ਥੀਏਟਰ ਅਸਿਸਟੈਂਟ, ਜੀ ਹਾਂ 6 ਨੰਬਰ 'ਤੇ ਆਪਰੇਸ਼ਨ ਥੀਏਟਰ ਅਸਿਸਟੈਂਟ ਦੀਆਂ 16 ਅਸਾਮੀਆਂ ਹਨ। 16 ਅਸਾਮੀਆਂ ਦੇ ਲਈ ਕੀ ਕੁਆਲੀਫਿਕੇਸ਼ਨ ਹੈ ਤੁਸੀਂ ਦੇਖ ਸਕਦੇ ਹੋ। +2 ਪਾਸ ਹੋਣਾ ਚਾਹੀਦਾ ਹੈ। BSc ਇਨ ਆਪਰੇਸ਼ਨ ਥੀਏਟਰ ਟੈਕਨੋਲੋਜੀ, ਜੀ ਹਾਂ BSc ਆਪਰੇਸ਼ਨ ਥੀਏਟਰ ਟੈਕਨੋਲੋਜੀ ਦੀ ਕੀਤੀ ਹੋਣੀ ਚਾਹੀਦੀ ਹੈ ਫਰੋਮ ਏ ਰਿਕੋਗਨਾਈਜ਼ਡ ਯੂਨੀਵਰਸਿਟੀ ਔਰ ਇੰਸਟੀਟਿਊਟ। ਇਸ ਤੋਂ ਬਾਅਦ ਆਉਂਦੇ ਹਾਂ ਨੰਬਰ 7 'ਤੇ। ਨੰਬਰ 7 ਫਾਰਮਾਸਿਸਟ, ਜੀ ਹਾਂ ਫਾਰਮਾਸਿਸਟ ਦੀ 10 ਅਸਾਮੀਆਂ ਹਨ। ਤੁਹਾਡੇ ਵੱਲੋਂ 10ਵੀਂ ਪਾਸ ਹੋਣੀ ਚਾਹੀਦੀ ਹੈ। M ਫਾਰਮੇਸੀ ਜਾਂ B ਫਾਰਮੇਸੀ ਰਿਕੋਗਨਾਈਜ਼ਡ ਯੂਨੀਵਰਸਿਟੀ ਤੋਂ ਕੀਤੀ ਹੋਣੀ ਚਾਹੀਦੀ ਹੈ। ਪ੍ਰੈਫਰੈਂਸ ਕਿਹਨੂੰ ਦਿੱਤੀ ਜਾਏਗੀ? ਜਿਨ੍ਹਾਂ ਕੋਲ M ਫਾਰਮੇਸੀ ਹੈ ਔਰ ਕੁਆਲੀਫਿਕੇਸ਼ਨ ਰੱਖਦੇ ਹਨ, M ਫਾਰਮੇਸੀ ਵਾਲਿਆਂ ਨੂੰ ਪ੍ਰੈਫਰੈਂਸ ਦਿੱਤੀ ਜਾਏਗੀ। ਇਲੈਕਟ੍ਰੀਸ਼ੀਅਨ, ਜੀ ਹਾਂ 7 ਅਸਾਮੀਆਂ ਹਨ। ਤੁਹਾਡੇ ਕੋਲ ਮੈਟ੍ਰਿਕੂਲੇਸ਼ਨ, ਜੀ ਹਾਂ 10ਵੀਂ 50% ਅੰਕਾਂ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ ਔਰ 2 ਈਅਰ ਜੋ ਡਿਪਲੋਮਾ ITI ਦਾ ਡਿਪਲੋਮਾ ਮੰਗਿਆ ਗਿਆ ਹੈ, ਤੁਹਾਡੇ ਕੋਲ ਇਲੈਕਟ੍ਰੀਕਲ ਦਾ 2 ਸਾਲ ਦਾ ਜੋ ਡਿਪਲੋਮਾ ਕਿਸੇ ਮਾਨਤਾ ਪ੍ਰਾਪਤ ਇੰਸਟੀਟਿਊਟ ਤੋਂ ਕੀਤਾ ਹੋਣਾ ਚਾਹੀਦਾ ਹੈ। ਪਲੰਬਰ ਦੀਆਂ 3 ਅਸਾਮੀਆਂ ਹਨ। 9 ਨੰਬਰ 'ਤੇ ਪਲੰਬਰ, ਮੈਟ੍ਰਿਕੂਲੇਸ਼ਨ 50% ਅੰਕਾਂ ਦੇ ਨਾਲ 1 ਈਅਰ ਡਿਪਲੋਮਾ ਪਲੰਬਰ ਦਾ ITI ਡਿਪਲੋਮਾ ਤੁਹਾਡੇ ਕੋਲ ਕੀਤੀ ਹੋਣੀ ਚਾਹੀਦੀ ਹੈ ਜੇਕਰ ਤੁਸੀਂ ਅਸਾਮੀ ਭਰਨੀ ਹੈ। ਉਸ ਤੋਂ ਬਾਅਦ ਆਉਂਦੇ ਹਾਂ 10 ਨੰਬਰ 'ਤੇ ਕਲਰਕ ਕਮ ਡਾਟਾ ਐਂਟਰੀ ਓਪਰੇਟਰ, ਜਿਸ ਦੀਆਂ 67, ਜੀ ਹਾਂ 67 ਅਸਾਮੀਆਂ ਹਨ। ਗ੍ਰੈਜੂਏਸ਼ਨ ਤੁਹਾਡੇ ਕੋਲ BA BSc BCom ਕਿਸੇ ਵੀ ਤਰ੍ਹਾਂ ਦੀ ਗ੍ਰੈਜੂਏਸ਼ਨ ਹੈ ਉਹ ਕੀਤੀ ਹੋਣੀ ਚਾਹੀਦੀ ਹੈ। ਉਸ ਦੇ ਨਾਲ ਹੀ ਜੇਕਰ ਤੁਹਾਡੇ ਕੋਲ ਗ੍ਰੈਜੂਏਸ਼ਨ ਹੈ ਤਾਂ ਤੁਹਾਡੇ ਕੋਲ 120 ਘੰਟਿਆਂ ਦਾ ਜੋ ਕੰਪਿਊਟਰ ਕੋਰਸ ਹੈ ਉਹ ਕੀਤਾ ਹੋਣਾ ਲਾਜ਼ਮੀ ਹੈ। ਤੋ ਇਹ ਗੱਲ ਸੀ ਡਾਟਾ ਐਂਟਰੀ ਓਪਰੇਟਰ ਦੀ, ਕਲਰਕ ਕਮ ਡਾਟਾ ਐਂਟਰੀ ਓਪਰੇਟਰ। ਅੱਗੇ ਆਉਂਦੇ ਹਾਂ। ਅਗਲੀਆਂ ਜੋ ਅਸਾਮੀਆਂ ਹਨ ਉਹ ਹਨ ਸਟਾਫ ਨਰਸ, ਜੀ ਹਾਂ ਸਟਾਫ ਨਰਸ ਦੀਆਂ ਅਸਾਮੀਆਂ ਹਨ। 45 ਅਸਾਮੀਆਂ ਹਨ। ਤੁਹਾਡੇ ਕੋਲ +2 ਕੀਤੀ ਹੋਣੀ ਚਾਹੀਦੀ ਹੈ ਔਰ ਤੁਹਾਡੇ ਕੋਲ BSc ਨਰਸਿੰਗ, ਜੀ ਹਾਂ BSc ਨਰਸਿੰਗ ਫਰੋਮ ਏ ਰਿਕੋਗਨਾਈਜ਼ਡ ਯੂਨੀਵਰਸਿਟੀ ਔਰ ਤੁਹਾਡੇ ਕੋਲ
RN ਨੰਬਰ, ਜੀ ਹਾਂ ਨਰਸ ਰਜਿਸਟ੍ਰੇਸ਼ਨ ਤੋਂ ਤੁਸੀਂ ਰਜਿਸਟਰਡ ਹੋਣੇ ਮਾਨਤਾ ਪ੍ਰਾਪਤ ਤੁਹਾਡੀ ਰਜਿਸਟ੍ਰੇਸ਼ਨ ਹੋਈ ਹੋਵੇ। ਔਰ ਜੇਕਰ ਤੁਹਾਡੇ ਕੋਲ ਕਿਸੇ ਵੀ ਇੰਸਟੀਚਿਊਟ ਦਾ ਐਕਸਪੀਰੀਅੰਸ ਹੈ, ਤੁਸੀਂ ਕੰਟਰੈਕਟ ਬੇਸਿਸ ਕਿਸੇ ਵੀ ਅਦਾਰੇ ਵਿੱਚ ਕੰਮ ਕਰ ਰਹੇ ਹੋ ਜਾਂ ਕਿਸੇ ਕੰਪੋਨੈਂਟ 'ਚ ਕੰਮ ਕਰ ਰਹੇ ਹੋ, ਤਾਂ ਉਸ ਨੂੰ ਪ੍ਰੈਫਰੈਂਸ ਦਿੱਤੀ ਜਾਏਗੀ। ਪੰਪ ਆਪਰੇਟਰ, ਜੀ ਹਾਂ 12 ਨੰਬਰ 'ਤੇ 3 ਅਸਾਮੀਆਂ ਹਨ, ਜਿਸ ਦੇ ਲਈ ਤੁਹਾਡੇ ਕੋਲ ਮੈਟ੍ਰਿਕੂਲੇਸ਼ਨ, ਜੀ ਹਾਂ 10ਵੀਂ 50% ਅੰਕਾਂ ਦੇ ਨਾਲ 2 ਈਅਰ ITI ਇਲੈਕਟ੍ਰੀਕਲ ਦੀ ITI ਤੁਹਾਡੇ ਕੋਲ ਕੀਤੀ ਹੋਣੀ ਚਾਹੀਦੀ ਹੈ। ਔਰ ਮਿਨੀਮਮ ਐਕਸਪੀਰੀਅੰਸ 1 ਸਾਲ ਦਾ ਇਲੈਕਟ੍ਰੀਸ਼ੀਅਨ ਔਰ ਪੰਪ ਓਪਰੇਟਰ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਜੋ ਅਸਾਮੀ ਹੈ ਉਸਦੇ ਦੇਖਦੇ ਹਾਂ। ਗੈਸ ਪਲਾਂਟ ਟੈਕਨੀਸ਼ੀਅਨ 2 ਅਸਾਮੀਆਂ ਹਨ, ਤੁਹਾਡੇ ਕੋਲ +2 ਕੀਤੀ ਹੋਣੀ ਚਾਹੀਦੀ ਹੈ, ਪਲੱਸ ਡਿਪਲੋਮਾ ਇਨ ਇਲੈਕਟ੍ਰੀਸ਼ੀਅਨ ਔਰ ਪੰਪ ਓਪਰੇਟਰ, ਜੀ ਹਾਂ ਸੇਮ ਉੱਪਰਲੀ ਜੋ ਅਸਾਮੀ ਲਈ ਮੰਗੀ ਗਈ ਹੈ ਉਹੀ ਕੁਆਲੀਫਿਕੇਸ਼ਨ ਇੱਥੇ ਮੰਗੀ ਗਈ ਹੈ। ਡੀਜ਼ਲ ਇੰਜਨ ਮਕੈਨਿਕ, ਜੀ ਹਾਂ ਡੀਜ਼ਲ ਇੰਜਨ ਮਕੈਨਿਕ ਇੱਕ ਅਸਾਮੀ ਹੈ, ਤੁਹਾਡੇ ਕੋਲ 10ਵੀਂ ਕੀਤੀ ਹੋਣੀ ਚਾਹੀਦੀ ਹੈ। 1 ਈਅਰ ITI ਇਨ ਡੀਜ਼ਲ ਇੰਜਨ ਮਕੈਨਿਕ ਫਰੋਮ ਏ ਰਿਕੋਗਨਾਈਜ਼ਡ ਬੋਰਡ ਵਿਥ ਮਿਨੀਮਮ ਐਕਸਪੀਰੀਅੰਸ ਆਫ 1 ਈਅਰ, 1 ਸਾਲ ਦਾ ਤੁਹਾਡੇ ਕੋਲ ਤਜਰਬਾ ਵੀ ਹੋਣਾ ਲਾਜ਼ਮੀ ਹੈ। ECG ਟੈਕਨੀਸ਼ੀਅਨ 4 ਅਸਾਮੀਆਂ ਹਨ, ਤੁਹਾਡੇ ਕੋਲ +2 ਰਿਕੋਗਨਾਈਜ਼ਡ ਬੋਰਡ ਤੋਂ ਕੀਤੀ ਹੋਣੀ ਚਾਹੀਦੀ ਹੈ। ਬੈਚਲਰ ਵਿਦ 50% ਮਾਰਕਸ ਫਰੋਮ ਏ ਰਿਕੋਗਨਾਈਜ਼ਡ ਐਂਡ 1 ਈਅਰ ਡਿਪਲੋਮਾ ਇਨ ECG ਫਰੋਮ ਏ ਰਿਕੋਗਨਾਈਜ਼ਡ ਬੋਰਡ, ਤੁਹਾਡੇ ਕੋਲ +2 ਕੀਤੀ ਹੋਣੀ ਚਾਹੀਦੀ ਹੈ, ਤੁਹਾਡੇ ਕੋਲ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ। 1 ਸਾਲ ਦਾ ECG ਦਾ ਜੋ ਡਿਪਲੋਮਾ ਜਾਂ ਕੋਰਸ ਹੈ ਉਹ ਤੁਹਾਡੇ ਕੋਲ ਹੋਣਾ ਚਾਹੀਦਾ ਹੈ। LA ਦੀਆਂ 23 ਅਸਾਮੀਆਂ ਹਨ, ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ 23 ਅਸਾਮੀਆਂ ਹਨ। 23 ਅਸਾਮੀਆਂ ਦੇ ਵਿੱਚ ਤੁਹਾਡੇ ਕੋਲ +2 ਕੀਤੀ ਹੋਣੀ ਚਾਹੀਦੀ ਹੈ। ਡਿਪਲੋਮਾ ਇਨ ਮੈਡੀਕਲ ਲੈਬੋਰਟਰੀ ਟੈਕਨੀਸ਼ੀਅਨ, ਜੀ ਹਾਂ ਲੈਬੋਰਟਰੀ ਟੈਕਨੀਸ਼ੀਅਨ LA ਔਨ ਏ ਰੈਗੂਲਰ ਬੇਸਿਸ ਇਹ ਡਿਪਲੋਮਾ ਤੁਹਾਡੇ ਕੋਲ ਕੀਤਾ ਹੋਣਾ ਚਾਹੀਦਾ ਹੈ, ਉਹ ਵੀ ਮਾਨਤਾ ਪ੍ਰਾਪਤ ਕਿਸੇ ਇੰਸਟੀਚਿਊਟ ਤੋਂ। ਜੇਕਰ ਤੁਸੀਂ ਕਿਸੇ ਕੋਰਸਪੋਂਡ ਡਿਪਲੋਮਾ ਕੀਤਾ ਗਿਆ ਹੈ, ਕਿਸੇ ਦਾਇਰੇ ਸੰਸਥਾ ਵੱਲੋਂ ਕੀਤਾ ਗਿਆ, ਉਹ ਮਾਨਤਾ ਪ੍ਰਾਪਤ ਨਹੀਂ ਹੋਏਗਾ। ਕਾਰਪੈਂਟਰ, ਜੀ ਹਾਂ 17 ਨੰਬਰ 'ਤੇ ਕਾਰਪੈਂਟਰ ਦੀਆਂ 3 ਅਸਾਮੀਆਂ ਹਨ, ਜਿਸ ਦੇ ਵਿੱਚ ਤੁਹਾਡੇ ਕੋਲ 50% ਦੇ ਨਾਲ +2 ਕੀਤੀ ਹੋਣੀ ਚਾਹੀਦੀ ਹੈ। 1 ਈਅਰ ITI ਇਨ ਕਾਰਪੈਂਟਰ, ਠੀਕ ਹੈ, ਤੁਹਾਡੇ ਕੋਲ 1 ਸਾਲ ਦਾ ਜੋ ਡਿਪਲੋਮਾ ਕਾਰਪੈਂਟਰ ਦਾ ITI ਦਾ ਡਿਪਲੋਮਾ ਮਾਨਤਾ ਪ੍ਰਾਪਤ ਇੰਸਟੀਚਿਊਟ ਤੋਂ ਹੋਣਾ ਚਾਹੀਦਾ ਹੈ, ਅਤੇ 1 ਸਾਲ ਦਾ ਐਕਸਪੀਰੀਅੰਸ ਵੀ ਇਸੇ ਫੀਲਡ ਦਾ ਹੋਣਾ ਚਾਹੀਦਾ ਹੈ। 18 ਨੰਬਰ 'ਤੇ ਆਉਂਦੇ ਹਾਂ ਰਿਸੈਪਸ਼ਨਿਸਟ ਕਮ ਕਲਰਕ, ਜੀ ਹਾਂ 2 ਅਸਾਮੀਆਂ ਹਨ। ਗ੍ਰੈਜੂਏਸ਼ਨ ਤੁਹਾਡੇ ਕੋਲ ਕੀਤੀ ਹੋਣੀ ਚਾਹੀਦੀ ਹੈ। ਪ੍ਰੈਫਰੈਂਸ ਵਿਲ ਬੀ ਗਿਵਨ ਕੈਂਡੀਡੇਟ ਹੈਵਿੰਗ ਪ੍ਰੋਫੈਂਸੀ ਇਨ ਸਪੋਕਨ ਇੰਗਲਿਸ਼, ਜੇਕਰ ਤੁਹਾਡੀ ਇੰਗਲਿਸ਼ ਵਧੀਆ ਹੈ ਤਾਂ ਤੁਹਾਨੂੰ ਇਸ ਦੇ ਵਿੱਚ, ਜੀ ਹਾਂ ਪਹਿਲ ਦੇ ਆਧਾਰ 'ਤੇ ਰੱਖਿਆ ਜਾਏਗਾ। ਔਰ 1 ਈਅਰ PG ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਟਾਈਪਿੰਗ ਆਫ ਇੰਗਲਿਸ਼ ਐਂਡ ਪੰਜਾਬੀ 30 ਵਰਡ ਪਰ ਮਿੰਟ, 30 ਸ਼ਬਦ ਪ੍ਰਤੀ ਮਿੰਟ ਦੇ ਹਿਸਾਬ ਨਾਲ ਤੁਹਾਡੀ ਟਾਈਪਿੰਗ ਹੋਣੀ ਚਾਹੀਦੀ ਹੈ ਇੰਗਲਿਸ਼ ਔਰ ਪੰਜਾਬੀ ਦੀ। ਔਰ ਤੁਹਾਡੇ ਕੋਲ ਡਿਪਲੋਮਾ ਇਨ PG, ਜੀ ਹਾਂ ਕੰਪਿਊਟਰ ਐਪਲੀਕੇਸ਼ਨ ਦਾ PGDCA ਦਾ ਡਿਪਲੋਮਾ ਹੋਣਾ ਚਾਹੀਦਾ ਹੈ। ਤੁਹਾਨੂੰ ਮਾਨਤਾ ਪ੍ਰਾਪਤ ਇੰਸਟੀਚਿਊਟ ਤੋਂ ਗ੍ਰੈਜੂਏਸ਼ਨ ਪਾਸ ਕੀਤੀ ਹੋਣੀ ਚਾਹੀਦੀ ਹੈ। ਇਹ ਸਨ ਇਸ ਦੀ ਅਸਾਮੀ ਲਈ ਐਲੀਜੀਬਿਲਟੀ। ਆਡੀਓ ਵਿਜ਼ੂਅਲ ਅਟੈਂਡੈਂਟ, ਜੀ ਹਾਂ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੁਹਾਡੇ ਕੋਲ +2 ਵਿਦ ਸਾਇੰਸ ਫਰੋਮ ਏ ਰਿਕੋਗਨਾਈਜ਼ਡ ਯੂਨੀਵਰਸਿਟੀ ਔਰ ਬੋਰਡ ਵੱਲੋਂ ਕੀਤੀ ਹੋਣੀ ਚਾਹੀਦੀ ਹੈ। 1 ਈਅਰ ਕੋਰਸ ਇਨ ਆਡੀਓ ਵਿਜ਼ੂਅਲ ਇੰਸਟਰੂਮੈਂਟ ਟੈਕਨੀਕਸ ਫਰੋਮ ਏ ਰਿਕੋਗਨਾਈਜ਼ਡ ਇੰਸਟੀਚਿਊਟ, ਜੀ ਹਾਂ ਤੁਹਾਡੇ ਕੋਲ 1 ਸਾਲ ਦਾ ਡਿਪਲੋਮਾ ਔਰ +2 ਹੋਣੀ ਚਾਹੀਦੀ ਹਨ, ਦੋਨੋਂ ਹੀ ਲਾਜ਼ਮੀ ਹਨ। ਉਸ ਤੋਂ ਬਾਅਦ AC ਆਪਰੇਟਰ ਦੀਆਂ 4 ਅਸਾਮੀਆਂ ਹਨ, ਜਿਸ ਦੇ ਵਿੱਚ ਤੁਹਾਡੇ ਕੋਲ ਗ੍ਰੈਜੂਏਸ਼ਨ 50% ਅੰਕਾਂ ਦੇ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ। 2 ਈਅਰ ITI ਕੋਰਸ ਇਨ ਰੈਫ੍ਰਿਜਰੇਸ਼ਨ ਐਂਡ ਏਅਰ ਕੰਡੀਸ਼ਨਿੰਗ ਫਰੋਮ ਰਿਕੋਗਨਾਈਜ਼ਡ ਬੋਰਡ ਇੰਸਟੀਚਿਊਟ ਵਿਦ ਮਿਨੀਮਮ ਐਕਸਪੀਰੀਅੰਸ 1 ਈਅਰ, ਜੀ ਹਾਂ ਤੁਹਾਡੇ ਕੋਲ 1 ਸਾਲ ਦਾ ਜੋ ਐਕਸਪੀਰੀਅੰਸ ਤਜਰਬਾ ਵੀ ਹੋਣਾ ਚਾਹੀਦਾ ਹੈ। ਅਗਲੀ ਅਸਾਮੀ 'ਤੇ ਆਉਂਦੇ ਹਾਂ ਵੈਲਡਰ ਦੀ 1 ਅਸਾਮੀ ਹੈ। ਇਸ ਦੇ ਲਈ ਤੁਸੀਂ ਦੇਖ ਸਕਦੇ ਹੋ ਕੀ ਯੋਗਤਾ ਹੈ। ਵੈਲਡਰ ਦੀ ਅਸਾਮੀ ਦੇ ਲਈ ਤੁਹਾਡੇ ਕੋਲ 10ਵੀਂ
50% ਅੰਕਾਂ ਦੇ ਨਾਲ, ਔਰ ITI ਫਰੋਮ ਇਹ ਰਿਕੋਗਨਾਈਜ਼ ਯੂਨੀਵਰਸਿਟੀ ਔਰ ਬੋਰਡ ਵੱਲੋਂ ਵੈਲਡਰ ਦੀ ITI 1 ਸਾਲ ਦੀ ਕੀਤੀ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਲਾਂਡਰੀ ਆਪਰੇਟਰ ਦੀ 2 ਅਸਾਮੀਆਂ ਹਨ। ਇਸ ਦੇ ਲਈ ਮਿਨੀਮਮ ਕੁਆਲੀਫਿਕੇਸ਼ਨ ਆਫ ਮੈਟ੍ਰਿਕੂਲੇਸ਼ਨ ਹੈਵਿੰਗ ਮਿਨੀਮਮ 5 ਈਅਰ ਐਕਸਪੀਰੀਅੰਸ ਐਸ ਧੋਬੀ। ਜੀ ਹਾਂ, ਤੁਹਾਡੇ ਕੋਲ 10ਵੀਂ ਪਾਸ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ। 5 ਸਾਲ ਦਾ ਐਕਸਪੀਰੀਅੰਸ ਹੈ ਐਜ਼ ਧੋਬੀ ਦਾ ਜੋ ਐਕਸਪੀਰੀਅੰਸ ਹੈ, ਤੁਹਾਡੇ ਕੋਲ 5 ਸਾਲ ਦਾ ਤਜਰਬਾ ਲਾਜ਼ਮੀ ਹੈ। ANM ਦੀ 4 ਅਸਾਮੀਆਂ ਹਨ। +2 ਫਰੋਮ ਏ ਰਿਕੋਗਨਾਈਜ਼ ਬੋਰਡ ਯੂਨੀਵਰਸਿਟੀ ਵਿਦ ਸਾਇੰਸ। ਜੀ ਹਾਂ, ਸਾਇੰਸ ਨਾ ਹੋਣਾ ਚਾਹੀਦੀ ਹੈ, ਔਰ ਤੁਹਾਡੇ ਕੋਲ ANM ਕੀਤੀ ਹੋਣੀ ਚਾਹੀਦੀ ਹੈ। ਜੇਕਰ ਤੁਹਾਡੇ ਕੋਲ ANM ਹੈ ਔਰ MPHW ਦਾ ਕੋਰਸ ਕੀਤਾ ਗਿਆ ਹੈ, 2 ਈਅਰ ਦਾ ਡਿਪਲੋਮਾ ਹੈ ਔਰ ਐਕਸਪੀਰੀਅੰਸ ਹੈ, ਤਾਂ ਤੁਹਾਨੂੰ ਇਸ ਦੇ ਵਿੱਚ ਜੋ ਹੈ ਪ੍ਰੈਫਰੈਂਸ ਦਿੱਤੀ ਜਾਏਗੀ। ਡਾਇਲਸਿਸ ਟੈਕਨੀਸ਼ੀਅਨ। ਜੀ ਹਾਂ, ਡਾਇਲਸਿਸ ਟੈਕਨੀਸ਼ੀਅਨ ਦੀਆਂ 2 ਅਸਾਮੀਆਂ ਹਨ। ਇਸ ਦੇ ਲਈ ਜੋ ਯੋਗਤਾ ਹੈ +2 ਵਿਦ ਸਾਇੰਸ ਔਰ ਇਟਸ ਇਕੁਅਲ ਕੁਆਲੀਫਿਕੇਸ਼ਨ ਫਰੋਮ ਰਿਕੋਗਨਾਈਜ਼। ਤੁਹਾਡੀ ਜੋ +2 ਹੈ ਸਾਇੰਸ ਵਿਸ਼ੇ ਦੇ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ। BSc ਮੈਡੀਕਲ ਫਰੋਮ ਏ ਰਿਕੋਗਨਾਈਜ਼ ਯੂਨੀਵਰਸਿਟੀ ਤੋਂ ਪਾਸ ਕੀਤੀ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਡੈਂਟਲ ਟੈਕਨੀਸ਼ੀਅਨ, ਤੁਹਾਡੇ ਕੋਲ ਇਸ ਦੀ 2 ਅਸਾਮੀਆਂ ਹਨ। ਇਸ ਦੇ ਲਈ ਵੀ ਜੋ ਯੋਗਤਾ ਹੈ ਤੁਹਾਡੇ ਕੋਲ +2 ਪਾਸ ਕੀਤੀ ਹੋਣੀ ਚਾਹੀਦੀ ਹੈ ਔਰ BSc ਇਨ ਡੈਂਟਲ ਮਕੈਨਿਕਸ ਫਰੋਮ ਏ ਰਿਕੋਗਨਾਈਜ਼ ਯੂਨੀਵਰਸਿਟੀ ਤੋਂ ਤੁਹਾਡੇ ਕੋਲ BSc ਵੀ ਹੋਣੀ ਚਾਹੀਦੀ ਹੈ। ਲਿਫਟਮੈਨ ਦੀਆਂ 5 ਅਸਾਮੀਆਂ ਹਨ, ਜਿਸ ਦੇ ਵਿੱਚ ਤੁਹਾਡੇ ਕੋਲ ਮੈਟ੍ਰਿਕੂਲੇਸ਼ਨ 50% ਅੰਕਾਂ ਦੇ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ ਔਰ 1 ਈਅਰ ਦਾ ITI ਇਲੈਕਟ੍ਰੀਸ਼ੀਅਨ ਦਾ ਡਿਪਲੋਮਾ ਜੋ ਕਿ ਮਾਨਤਾ ਪ੍ਰਾਪਤ ਬੋਰਡ ਤੋਂ ਕੀਤਾ ਹੋਣਾ ਚਾਹੀਦਾ ਹੈ। ਡਿਸੈਕਸ਼ਨ ਹਾਲ ਅਟੈਂਡੈਂਟ 2 ਅਸਾਮੀਆਂ ਹਨ, ਜਿਸ ਦੇ ਲਈ ਮਿਡਲ 8ਵੀਂ। ਜੀ ਹਾਂ, 8ਵੀਂ ਪਾਸ ਯੋਗਤਾ ਹੈ। ਫਿਰ ਆਉਂਦੇ ਹਨ ਵਾਟਰਮੈਨ, 2 ਅਸਾਮੀਆਂ ਹਨ, ਜਿਸ ਦੇ ਲਈ ਵੀ 8ਵੀਂ ਪਾਸ ਦੀ ਯੋਗਤਾ ਲਾਜ਼ਮੀ ਹੈ। ਸਟ੍ਰੈਚਰ ਬੇਰਰ, ਜਿਸ ਦੀਆਂ ਤੁਸੀਂ ਦੇਖ ਸਕਦੇ ਹੋ 16 ਅਸਾਮੀਆਂ ਹਨ। ਤੁਹਾਡੇ ਕੋਲ 8ਵੀਂ ਦੀ ਯੋਗਤਾ ਹੋਣੀ ਚਾਹੀਦੀ ਹੈ। ਫਿਰ ਫੀਮੇਲ ਆਇਆ 2 ਅਸਾਮੀਆਂ ਹਨ, ਜਿਸ ਦੇ ਲਈ ਵੀ 8ਵੀਂ ਪਾਸ ਹੋਣੀ ਲਾਜ਼ਮੀ ਹੈ। ਕਾਮਨ ਰੂਮ ਬੇਅਰਰ, ਜਿਸ ਦੇ ਲਈ 1 ਅਸਾਮੀ ਹਨ ਔਰ ਕੁਆਲੀਫਿਕੇਸ਼ਨ ਤੁਹਾਡੇ ਕੋਲ 8ਵੀਂ ਪਾਸ ਹੋਣੀ ਚਾਹੀਦੀ ਹੈ। ਫਿਰ ਆਨੇ ਹਾਂ ਕੁੱਕ ਹੈਲਪਰ। ਵਰਕਸ਼ਾਪ ਅਟੈਂਡੈਂਟ ਦੀਆਂ 3 ਅਸਾਮੀਆਂ ਹਨ, ਜਿਸ ਦੇ ਲਈ 8ਵੀਂ ਪਾਸ। ਕੁੱਕ ਹੈਲਪਰ ਦੀਆਂ 2 ਅਸਾਮੀਆਂ ਹਨ, ਤੁਹਾਡੇ ਕੋਲ 8ਵੀਂ ਪਾਸ ਹੋਣੀ ਚਾਹੀਦੀ ਹੈ। ਹੈਲਪਰ 2 ਵਾਰਡਨ ਦੀਆਂ 1 ਅਸਾਮੀਆਂ ਹਨ, ਜਿਸ ਦੇ ਲਈ ਤੁਹਾਡੇ ਕੋਲ 8ਵੀਂ ਪਾਸ ਹੋਣੀ ਚਾਹੀਦੀ ਹੈ। ਹੈਲਪਰ 2 ਇਲੈਕਟ੍ਰੀਸ਼ੀਅਨ। ਜੀ ਹਾਂ, ਇਲੈਕਟ੍ਰੀਸ਼ੀਅਨ ਦਾ ਹੈਲਪਰ 6 ਅਸਾਮੀਆਂ ਹਨ, ਤੁਹਾਡੇ ਕੋਲ 8ਵੀਂ ਪਾਸ ਹੋਣੀ ਚਾਹੀਦੀ ਹੈ। ਕੁੱਕ ਦੀਆਂ 5 ਅਸਾਮੀਆਂ ਹਨ, ਤੁਹਾਡੇ ਕੋਲ 8ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ। ਟੇਲਰ ਦੀ 1 ਅਸਾਮੀ ਹੈ, ਤੁਹਾਡੇ ਕੋਲ ਜੋ 10ਵੀਂ ਹੈ 10ਵੀਂ ਫਰੋਮ ਏ ਰਿਕੋਗਨਾਈਜ਼ ਯੂਨੀਵਰਸਿਟੀ ਵੱਲੋਂ ਕੀਤੀ ਹੋਣੀ ਚਾਹੀਦੀ ਹੈ। ਔਰ ਸ਼ੁੱਡ ਹੈਵ ਪੋਸਟ ਡਿਪਲੋਮਾ ਇਨ ਕਟਿੰਗ ਐਂਡ ਟੇਲਰਿੰਗ। ਜੀ ਹਾਂ, ਤੁਹਾਡੇ ਕੋਲ ਡਿਪਲੋਮਾ ਕਟਿੰਗ ਐਂਡ ਟੇਲਰਿੰਗ ਦਾ ਡਿਪਲੋਮਾ ਵੀ ਹੋਣਾ ਚਾਹੀਦਾ ਹੈ। ਇਸ ਦੇ 1 ਅਸਾਮੀਆਂ ਹਨ ਟੇਲਰ ਦੀ। CSSD ਟੈਕਨੀਸ਼ੀਅਨ 9 ਅਸਾਮੀਆਂ ਹਨ, ਜਿਸ ਦੇ ਲਈ ਤੁਹਾਡੇ ਕੋਲ 10ਵੀਂ ਔਰ 2 ਤੁਹਾਡੇ ਕੋਲ 12ਵੀਂ ਪਾਸ ਹੋਣੀ ਚਾਹੀਦੀ ਹੈ। ਔਰ BSc ਇਨ ਆਪਰੇਸ਼ਨ ਥੀਏਟਰ ਟੈਕਨੋਲੋਜੀ ਫਰੋਮ ਏ ਰਿਕੋਗਨਾਈਜ਼ ਯੂਨੀਵਰਸਿਟੀ ਔਰ ਬੋਰਡ, ਤੁਹਾਡੇ ਕੋਲ +2 ਦੇ ਨਾਲ BSc ਆਪਰੇਸ਼ਨ ਥੀਏਟਰ ਟੈਕਨੋਲੋਜੀ ਦਾ ਜੋ ਕੋਰਸ ਕੀਤਾ ਹੋਇਆ ਵੀ ਇਸ ਦੇ ਲਈ ਲਾਜ਼ਮੀ ਹੈ। ਤੋ ਇਹ ਸਨ 8ਵੀਂ ਬੇਸ 'ਤੇ ਜੋ 8ਵੀਂ 10ਵੀਂ ਗ੍ਰੈਜੂਏਸ਼ਨ ਬੇਸ 'ਤੇ ਜੋ ਅਸਾਮੀਆਂ ਨਿਕਲੀਆਂ ਹਨ ਬਾਬਾ ਫਰੀਦ ਯੂਨੀਵਰਸਿਟੀ ਵਿੱਚ। ਬਹੁਤ ਹੀ ਸੁਨਹਿਰੀ ਮੌਕਾ ਹੈ ਜੋ 8ਵੀਂ ਪਾਸ ਕਰ ਚੁੱਕੇ ਹਨ, 10ਵੀਂ ਹੈ ਜਿਨ੍ਹਾਂ ਕੋਲ ਜਾਂ +2 ਹੈ ਔਰ ਜਿਨ੍ਹਾਂ ਕੋਲ ਜੋ ਪ੍ਰੋਫੈਸ਼ਨਲ ਕੁਆਲੀਫਿਕੇਸ਼ਨ ਹੈ। ਬਹੁਤ ਹੀ ਸੁਨਹਿਰੀ ਮੌਕਾ ਹੈ, ਤੁਸੀਂ ਇਸ ਮੌਕੇ ਨੂੰ ਅਜ਼ਮਾਓ ਜ਼ਰੂਰ। ਔਰ ਜੇਕਰ ਤੁਹਾਨੂੰ ਇਨਫੋਰਮੇਸ਼ਨ ਚੰਗੀ ਲੱਗੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰਿਓ। ਥੈਂਕ ਯੂ, ਧੰਨਵਾਦ, ਸ਼ੁਕਰੀਆ। ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਕਿ 8ਵੀਂ 10ਵੀਂ +2 ਔਰ ਜੋ ਪ੍ਰੋਫੈਸ਼ਨਲ ਕੁਆਲੀਫਿਕੇਸ਼ਨ ਰੱਖਦੇ ਹਨ ਉਹ ਇਸ ਫਾਰਮ ਨੂੰ ਭਰ ਕੇ ਕਿਸੇ ਜੋਬ ਲੱਗ ਸਕਣ। ਸ਼ੁਕਰੀਆ, ਥੈਂਕ ਯੂ, ਧੰਨਵਾਦ।